ਨਮਸਕਾਰ ਪਿਆਰੇ ਵਿਦਿਆਰਥੀਓ, ਮੈਂ ਸਟੀਫਨ ਅਤੇ ਸੁਖਦੀਪ ਸਿੰਘ ਅੱਜ ਦੀ ਇਸ ਇੰਡਸਟਰੀਅਲ ਵਿਜ਼ਿਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦੀ ਇਸ ਇੰਡਸਟਰੀਅਲ ਵਿਜ਼ਿਟ ਦੇ ਵਿੱਚ ਅਸੀਂ ਦੇਖਾਂਗੇ ਕਿਵੇਂ ਹਾਊਸਕੀਪਿੰਗ ਡਿਪਾਰਟਮੈਂਟ ਅਤੇ ਫਰੰਟ ਆਫਿਸ ਡਿਪਾਰਟਮੈਂਟ ਕਿਵੇਂ ਕੰਮ ਕਰਦੇ ਹਨ ਅਤੇ ਕਿਹੜੇ ਬੇਸਿਕ ਐਟੀਕੇਟਸ ਅਤੇ ਮੈਨਰਸ ਹੁੰਦੇ ਹਨ ਜੋ ਅਸੀਂ ਫਰੰਟ ਆਫ ਦਾ ਹਾਊਸ ਦੇ ਵਿੱਚ ਰੱਖ ਕੇ ਕੰਮ ਕਰਦੇ ਹਾਂ, ਜੋ ਸਾਡੇ ਸਾਰੇ ਕੰਮ ਨੂੰ ਅਤੇ ਕਸਟਮਰ ਡੀਲਿੰਗ ਨੂੰ ਬਹੁਤ ਹੀ ਜ਼ਿਆਦਾ ਸਮੂਥ ਬਣਾ ਦਿੰਦੇ ਹਨ। ਆਓ ਅੱਜ ਦੀ ਇਸ ਕਲਾਸ ਦੀ ਸ਼ੁਰੂਆਤ ਅਸੀਂ ਮਿਸਟਰ ਸੁਖਦੀਪ ਸਿੰਘ ਜੀ ਦੇ ਨਾਲ ਮਿਲ ਕੇ ਕਰਦੇ ਹਾਂ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਹੋਟਲ ਇੰਡਸਟਰੀ ਬਾਰੇ ਜਾਂ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਕਿਹੜੇ ਐਟੀਕੇਟਸ, ਮੈਨਰਸ ਅਤੇ ਹਾਊਸਕੀਪਿੰਗ ਦੇ ਕਿਹੜੇ ਕੰਮ ਹੁੰਦੇ ਨੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਰਿਸੈਪਸ਼ਨ ਤੇ ਫਰੰਟ ਡੈਸਕ। ਜਦੋਂ ਵੀ ਆਪਾਂ ਕਿਸੇ ਹੋਟਲ ਇੰਡਸਟਰੀ ਦੇ ਵਿੱਚ ਇੰਟਰ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਡੀਲ ਕਰਨਾ ਹੁੰਦਾ ਵਾ ਫਰੰਟ ਆਫਿਸ ਦੇ ਨਾਲ। ਸੋ ਫਰੰਟ ਆਫਿਸ ਦੇ ਉੱਪਰ ਆਪਾਂ ਕਿਹੜੇ ਐਟੀਕੇਟਸ ਰੱਖਣੇ ਨੇ, ਕਿਹੜੇ ਮੈਨਰਸ ਰੱਖਣੇ ਨੇ, ਕਿਹੜੇ ਆਪਾਂ ਗੱਲਬਾਤ ਫਰੰਟ ਆਫਿਸ ਤੇ ਜਾ ਕੇ ਕਰ ਸਕਦੇ ਹਾਂ। ਆਓ ਆਪਾਂ ਕਰਦੇ ਹਾਂ ਸਟਾਰਟ ਉਹਦੇ ਨਾਲ। ਸੋ ਐਟੀਕੇਟਸ ਮਤਲਬ ਸਿਸ਼ਟਾਚਾਰ, ਕਿਹੜੇ ਸਿਸ਼ਟਾਚਾਰ ਆਪਾਂ ਵਰਤ ਸਕਦੇ ਹਾਂ ਜਦੋਂ ਆਪਾਂ ਰਿਸੈਪਸ਼ਨ ਤੇ ਆਣ ਕੇ ਗੱਲ ਕਰਨੀ ਆ, ਕਿਹੜੇ ਮੈਨਰਸ ਹੁੰਦੇ ਨੇ। ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤੇ ਸਿਸ਼ਟਾਚਾਰ ਦੀ, ਐਟੀਕੇਟਸ ਦੀ। ਸਿਸ਼ਟਾਚਾਰ ਕਿਵੇਂ ਦਾ ਹੋਣਾ ਚਾਹੀਦਾ, ਐਟੀਕੇਟਸ ਕਿਵੇਂ ਦੇ ਹੋਣੇ ਚਾਹੀਦੇ ਨੇ, ਮੈਨਰਸ ਕਿਵੇਂ ਦੇ ਹੋਣੇ ਚਾਹੀਦੇ ਨੇ। ਜਦੋਂ ਵੀ ਤੁਸੀਂ ਕੋਈ ਵੀ ਆਪਣਾ ਕੰਮ ਕਰਦੇ ਹੋ, ਸਭ ਦੇ ਵਿੱਚ ਹਰ ਇੱਕ ਇੰਡਸਟਰੀ ਦੇ ਵਿੱਚ ਹਰ ਇੱਕ ਐਟੀਕੇਟਸ, ਮੈਨਰਸ ਤੁਹਾਡੇ ਜਿਹੜੇ ਨੇ ਬੜੇ ਇੰਪੋਰਟੈਂਟ ਨੇ। ਸੋ ਜਦੋਂ ਵੀ ਤੁਸੀਂ ਆਪਣਾ ਕੋਈ ਵੀ ਕੰਮ ਕਰਦੇ ਹੋ, ਤੁਹਾਡੇ ਜਿਹੜੇ ਸੀਨੀਅਰਸ ਨੇ, ਮੈਨੇਜਰਸ ਨੇ ਜਾਂ ਸਟਾਫ ਮੈਂਬਰਸ, ਕਲੀਗਸ ਨੇ, ਉਹ ਸਾਰੇ ਜੱਜ ਕਰਦੇ ਨੇ ਤੁਹਾਡੇ ਐਟੀਕੇਟਸ ਨੂੰ, ਮੈਨਰਸ ਨੂੰ, ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ। ਸੋ ਸਿਸ਼ਟਾਚਾਰ ਦੇ ਤਰੀਕੇ ਭਾਵ ਖੜੇ ਹੋਣਾ, ਤੁਸੀਂ ਕਿਹੜੇ ਪੋਸਚਰ ਦੇ ਵਿੱਚ ਖੜੇ ਹੋ ਰਹੇ ਹੋ, ਠੀਕ ਹੈ। ਤੁਰਨ ਦਾ ਤੌਰ ਤਰੀਕਾ ਤੁਹਾਡਾ ਕੀ ਹੈ, ਕੰਮ ਦਾ ਕਰਨ ਦਾ ਬਿਹੇਵ ਕੀ ਹੈ ਜਦੋਂ ਤੁਸੀਂ ਸੋਸ਼ਲ ਜਾਂ ਪ੍ਰੋਫੈਸ਼ਨਲ ਤੌਰ ਤੇ ਕੋਈ ਵੀ ਕੰਮ ਕਰਦੇ ਹੋ, ਠੀਕ ਹੈ। ਤੁਹਾਨੂੰ ਲੋਕੀ ਉਦੋਂ ਹੀ ਜੱਜ ਕਰ ਦਿੰਦੇ ਆ ਜੇ ਤੁਸੀਂ ਇੱਕ ਵਧੀਆ ਐਟੀਕੇਟਸ ਨਾਲ, ਇੱਕ ਵਧੀਆ ਮੈਨਰਸ ਦੇ ਨਾਲ ਆਪਣਾ ਕੰਮ ਕਰਦੇ ਹੋ ਤੇ ਤੁਹਾਡੀ ਇੱਕ ਵੱਖਰੀ ਜਿਹੜੀ ਪਰਸਨ ਦੀ ਪਹਿਚਾਣ ਹੈ ਉਹ ਬਣ ਜਾਂਦੀ ਆ। ਤੁਸੀਂ ਫਿਰ ਉਹ ਆਪਣੇ ਐਟੀਕੇਟਸ ਦੇ ਕਰਕੇ, ਆਪਣੇ ਮੈਨਰਸ ਦੇ ਕਰਕੇ ਇੱਕ ਭੀੜ ਵਿੱਚ ਵੀ ਪਛਾਣੇ ਜਾਂਦੇ ਹੋ। ਸੋ ਗੱਲ ਕਰਦੇ ਹਾਂ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਐਟੀਕੇਟਸ ਦੀ, ਭਾਵ ਸਿਸ਼ਟਾਚਾਰ। ਇਹਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਖੜੇ ਹੋਣ ਦਾ, ਜੋ ਵੀ ਤੁਹਾਡਾ ਸਟੈਂਡਿੰਗ ਪੋਸਚਰ ਆ ਉਹ ਤੁਹਾਡਾ ਇੱਕ ਪੂਰਾ ਵਧੀਆ ਹੋਣਾ ਚਾਹੀਦਾ ਵਾ ਕਿ ਆਰਾਮ ਨਾਲ ਖੜੇ ਹੋਣਾ ਚਾਹੀਦਾ। ਜਦੋਂ ਵੀ ਤੁਸੀਂ ਕਿਸੇ ਨਾਲ ਡੀਲ ਕਰਨਾ ਵਾ ਜਾਂ ਕਿਸੇ ਨਾਲ ਗੱਲ ਕਰਨੀ, ਕਮਿਊਨੀਕੇਟ ਕਰਨਾ ਵਾ, ਤੁਸੀਂ ਇੱਕ ਵਧੀਆ ਖੜੇ ਹੋਣਾ ਚਾਹੀਦਾ ਵਾ। ਆਪਣੇ ਤੁਹਾਡਾ ਸਰੀਰ ਦਾ ਬੈਲੈਂਸ ਬਣਾ ਕੇ ਦੋਵਾਂ ਪੈਰਾਂ ਦੇ ਉੱਪਰ ਭਾਰ ਪਾ ਕੇ, ਇਹ ਨਹੀਂ ਕਿ ਅਨਬੈਲੈਂਸ ਹੋਵੇ, ਇੱਕ ਪੈਰ ਤੇ ਜ਼ਿਆਦਾ ਥੋੜਾ ਸਾਈਡ ਨੂੰ ਹੋਵੇ, ਇੱਕ ਬੈਲੈਂਸ ਵਧੀਆ ਬਣਾ ਕੇ ਖੜੇ ਹੋਣਾ ਚਾਹੀਦਾ ਵਾ। ਜਿਹੜੇ ਮੋਢੇ ਆ, ਸ਼ੋਲਡਰਸ ਨੇ, ਉਹ ਇੱਕ ਸਿੱਧੇ ਆਰਾਮ ਵਾਈ ਵਿੱਚ ਹੋਣੇ ਚਾਹੀਦੇ ਹਨ। ਪੇਟ ਨੂੰ ਅੰਦਰ ਖਿੱਚ ਕੇ, ਜਸਟ ਨੂੰ ਥੋੜਾ ਬਾਹਰ ਰੱਖ ਕੇ ਆਰਾਮ ਦੇ ਨਾਲ ਖੜੇ ਹੋ ਕੇ ਗੱਲ ਕਰਨੀ ਚਾਹੀਦੀ ਆ। ਸੋ ਇਹ ਹੋ ਗਈ ਆਪਣੇ ਖੜੇ ਹੋਣ ਦੀ ਪੋਜੀਸ਼ਨ। ਸੋ ਅੱਗੇ ਗੱਲ ਕਰਦੇ ਹਾਂ ਪੋਸਚਰ ਦੇ ਵਿੱਚ ਹੈਂਡਸ ਦੀ ਪੋਜੀਸ਼ਨ ਦੀ। ਜਿਵੇਂ ਹੈਂਡਸ ਦੀ ਪੋਜੀਸ਼ਨ ਵੀ ਕਿਵੇਂ ਦੀ ਹੋਣੀ ਚਾਹੀਦੀ ਆ, ਹੱਥਾਂ ਨੂੰ ਸਾਈਡ ਤੇ ਜਾਂ ਪਿੱਛੇ ਰੱਖਣਾ ਚਾਹੀਦਾ ਵਾ, ਠੀਕ ਹੈ। ਪਾਕਟ ਦੇ ਵਿੱਚ ਪਾਉਣ ਤੋਂ ਅਵੋਇਡ ਕਰੋ। ਆਪਣੇ ਜਿਹੜੇ ਤੁਹਾਡੇ ਹੈਂਡਸ ਆ ਉਹਨਾਂ ਨੂੰ ਪਾਕਟ ਵਿੱਚ ਪਾ ਕੇ ਸਾਹਮਣੇ ਵਾਲੇ ਨਾਲ ਗੱਲ ਨਾ ਕਰੋ। ਬਾਹਾਂ ਨੂੰ ਕ੍ਰਾਸ ਕਰਕੇ ਆਪਣੀ ਚੈਸਟ ਦੇ ਨਾਲ ਨਾ ਜੋੜੋ। ਆਰਮਸ ਨੂੰ ਸਿੱਧੀਆਂ ਰੱਖੋ। ਕਿਸੇ ਵੀ ਕਾਊਂਟਰ ਤੇ ਹੱਥ ਰੱਖ ਕੇ ਜਾਂ ਕਿਸੇ ਦੇ ਵੀ ਸਹਾਰਾ ਲੈ ਕੇ ਗੱਲਬਾਤ ਨਾ ਕਰੋ। ਇਹ ਕੀ ਸਭ ਇੱਕ ਸਿਸ਼ਟਾਚਾਰ ਦੇ ਐਟੀਕੇਟਸ ਨੇ। ਜੇ ਇਹ ਐਟੀਕੇਟਸ ਨੂੰ ਫੋਲੋ ਕਰਾਂਗੇ ਤਾਂ ਵਧੀਆ ਇੰਪ੍ਰੈਸ਼ਨ ਪਵੇਗਾ ਸਭ ਤੇ। ਗੱਲ ਕਰਦੇ ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਐਟੀਕੇਟਸ ਦੀ। ਸੋ ਇਹਦੇ ਨਾਲ ਆਪਾਂ ਗੱਲ ਕਰਦੇ ਹਾਂ ਮੈਨਰਸ ਦੀ। ਮੈਨਰ ਦੇ ਕਿਵੇਂ ਤੌਰ ਤਰੀਕੇ ਕਿਵੇਂ ਹੋਣੇ ਚਾਹੀਦੇ ਨੇ ਕੰਮ ਵਾਲੀ ਜਗ੍ਹਾ ਤੇ ਆਪਣੇ, ਕਿਵੇਂ ਆਪਾਂ ਨੂੰ ਇੱਕ ਪੂਰਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਜਦੋਂ ਵੀ ਆਪਾਂ ਕਿਸੇ ਦੇ ਨਾਲ ਚੱਲਦੇ ਹਾਂ ਜਾਂ ਬੈਠਦੇ ਹਾਂ ਜਾਂ ਗੱਲਬਾਤ ਕਰਦੇ ਹਾਂ। ਪੂਰਾ ਇੱਕ ਹਰ ਇੱਕ ਚੀਜ਼ ਵਿੱਚ ਇੱਕ ਗੱਲਬਾਤ ਕਰਨ ਦਾ ਵੀ ਬੈਲੈਂਸ ਬਣਾ ਕੇ ਰੱਖਣਾ ਜ਼ਰੂਰੀ ਆ। ਜਦੋਂ ਵੀ ਗੈਸਟ ਨਹੀਂ ਹੁੰਦੇ, ਸਾਨੂੰ ਕਦੇ ਵੀ ਆਪਣੇ ਕਲੀਗਸ ਦੇ ਨਾਲ ਜਾਂ ਫਰੈਂਡਸ ਨਾਲ ਟੋਲੀਆਂ ਦੇ ਵਿੱਚ ਇਕੱਠੇ ਨਹੀਂ ਬੈਠਣਾ ਚਾਹੀਦਾ। ਉਹ ਇੱਕ ਕੀ ਹੈ, ਮੈਨਰਸ ਨੂੰ ਨੈਗੇਟਿਵ ਪੁਆਇੰਟ ਦਿੰਦਾ ਵਾ ਮੈਨਰਸ ਦਾ। ਸੋ ਆਪਾਂ ਨੂੰ ਇੱਕ ਬਰਾਬਰ ਚਾਲ ਵਿੱਚ ਚੱਲਣਾ ਚਾਹੀਦਾ। ਜਦੋਂ ਵੀ ਆਪਾਂ ਗੈਸਟ ਦੇ ਨਾਲ ਜਾਂਦੇ ਆ ਜਾਂ ਕਲੀਗਸ ਦੇ ਨਾਲ ਜਾਂਦੇ ਆ, ਆਪਾਂ ਨੂੰ ਇੱਕ ਬਰਾਬਰ ਚਾਲ ਦੇ ਵਿੱਚ ਚੱਲਣਾ ਚਾਹੀਦਾ ਵਾ। ਨਾ ਕਦੀ ਤੇਜ਼ ਹੋਣਾ ਚਾਹੀਦਾ, ਨਾ ਕਦੀ ਸਲੋ ਹੋਣਾ ਚਾਹੀਦਾ ਵਾ। ਸੋ ਇਹ ਵੀ ਇੱਕ ਜਿਹੜਾ ਕੀ ਆ ਵਧੀਆ ਪੋਜ਼ਿਟਿਵ ਮੈਨਰਸ ਨੂੰ ਸ਼ੋ ਕਰਦਾ ਵਾ। ਸੋ ਸੌਫਟ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ ਹਰ ਇੱਕ ਨਾਲ, ਭਾਵੇਂ ਉਹ ਆਪਣਾ ਸੀਨੀਅਰ ਆ ਭਾਵੇਂ ਜਾਂ ਜੂਨੀਅਰ ਆ, ਹਰ ਇੱਕ ਸੌਫਟ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ। ਅਤੇ
ਹਰ ਇੱਕ ਆਰਗੇਨਾਈਜੇਸ਼ਨ ਦੇ ਜਾਂ ਹਰ ਇੱਕ ਇੰਡਸਟਰੀ ਦੇ ਆਪੋ ਆਪਣੇ ਰੂਲ ਰੈਗੂਲੇਸ਼ਨਸ ਹੁੰਦੇ ਨੇ। ਉਹਨਾਂ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਹੀ ਕਰਕੇ ਅਸੀਂ ਜਿਹੜਾ ਆਪਣਾ ਕੰਮ ਹੈ ਪੂਰਾ ਕੌਨਫੀਡੈਂਸ ਨਾਲ ਤੇ ਵਧੀਆ ਐਕੂਰੇਸੀ ਦੇ ਨਾਲ ਕਰ ਸਕਦੇ ਹਾਂ। ਸੋ ਹਰ ਇੱਕ ਆਰਗੇਨਾਈਜੇਸ਼ਨ ਦੇ ਜਾਂ ਹਰ ਇੱਕ ਇੰਡਸਟਰੀ ਦੇ ਆਪੋ ਆਪਣੇ ਰੂਲ ਰੈਗੂਲੇਸ਼ਨਸ ਹੁੰਦੇ ਆ। ਸੋ ਸਾਨੂੰ ਰੂਲ ਰੈਗੂਲੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਹੀ ਆਪਣੇ ਮੈਨਰਸ ਨੂੰ ਰੱਖਦੇ ਹੋਏ ਨਾਲ ਪੂਰਾ ਕੰਮ ਕਰਨਾ ਚਾਹੀਦਾ ਵਾ, ਤਾਂ ਹੀ ਅਸੀਂ ਕੰਫਰਟੇਬਲ ਹੋ ਕੇ ਤੇ ਕੌਨਫੀਡੈਂਸ਼ੀਅਲ ਵੇ ਨਾਲ ਕੰਮ ਕਰ ਸਕਦੇ ਹਾਂ। ਜੇ ਅਸੀਂ ਕੌਨਫੀਡੈਂਸ਼ੀਅਲ ਵੇ ਨਾਲ ਕੰਮ ਕਰਾਂਗੇ ਸਾਡੇ ਕੰਮ ਦੀ ਜਿਹੜੀ ਐਕੂਰੇਸੀ ਔਰ ਰਿਜ਼ਲਟ ਵਧੀਆ ਨਿਕਲਣਗੇ। हेलो सर, गुड आफ्टरनून। हाँ जी, मेरे को ना एक रूम पता करना था। किस टाइप का रूम चाहिए आपको? रूम मेरे साथ मेरी फैमिली है और 2 छोटे बच्चे हैं, तो मुझे रूम बताइए कौन कौन सा है आपके सर पास? हमारे पास 3 कैटेगरी रूम्स हैं, डिलैक्स रूम, सुपर डिलैक्स रूम, फैमिली रूम। अच्छा, फैमिली रूम में कितने मेंबर स्टे कर सकते हैं? सर 4 मेंबर्स। और प्राइस क्या है इसका? सर ये आपको भी ब्रेकफास्ट चाहिए विदाउट ब्रेकफास्ट? विदाउट ब्रेकफास्ट नहीं, ठीक है बच्चे फिर विद ब्रेकफास्ट ठीक है। विद ब्रेकफास्ट सर आपको पड़ जाएगा 2200 विद ब्रेकफास्ट। अच्छा, विद ऑल टैक्सेस साथ में ही है इसके? जी जी। ठीक ठीक। अच्छा, मेरे को यहाँ पे आसपास देखने के लिए, मैं सिर्फ फर्स्ट टाइम आया हूँ, तो आसपास देखने के लिए कुछ और? सर आप अपने गाड़ी से जाना चाहोगे या अपनी गाड़ी से? नहीं, मैं आपके पास ही अगर टैक्सी अवेलेबल है तो बता दीजिए। सर हमारा पैकेज है जैसे 6000। ओके, तो मेरे को फुल डे के लिए मिल जाएगा? जी फुल डे के लिए आपको पूरा सिस्टम दिखाया गया सर। आपको कहाँ भी घूमना चाहोगे अमृतसर में जितनी होटल्स पे हिस्ट्रियाँ होंगी उसमें दिखाई गई वो सारा कुछ आपको दिखा दिया। ठीक है, ओके। तो मुझे ब्रेकफास्ट और इसमें ब्रेकफास्ट तो मेरे उसमें इंक्लूड है, और आपके पास किचन भी है? जी हाँ जी सर, अपने पास किचन अवेलेबल है, आपको खाना मिल जाएगा। और क्या क्या है देखने के लिए यहाँ? सर बागा बॉर्डर और गोल्डन टेम्पल और जलियांवाला बाग और लोकल मार्केटिंग, जैसे आपको कोई भी शॉपिंग करनी जी, जी, हो जी। तो होलसेल में आपको सामान मिलेगा। ओके। हाँ जी, बताइए फिर आपके रूम में आपको और कुछ फैसिलिटीज है? सर हमारे रूम में आपको वाईफाई मिल जाएगा, टीवी, एसी और आपको गर्म पानी, ठंडा पानी सब अवेलेबल है। ओके, 24 आवर्स सर्विस है ना? जी 24 आवर सर्विस है हमारे पास। ठीक है। और आपको तो सर फिर मुझे ना परसों मैंने दोपहर को 2 बजे मेरी ट्रेन है, तो आपका चेकआउट टाइम भी बता दीजिए मुझे। सर चेकआउट टाइम आपका 12 बजे है। आप अगर कोई आपकी ट्रेन लेट भी है तो आपको कोई नहीं, 12:30 तक हम करवा सकते हैं। ठीक है, ठीक है, ठीक है। और रूम सर्विस है ना? जी बिल्कुल सर, हमारे रूम्स में होम थिएटर रूम से आप कुछ भी मंगवा सकते हैं। ठीक है, मैं 9 नंबर डायल करके यहाँ पे आपसे, अच्छा यहाँ पे 24 आवर्स सर्विस है। ठीक है, चलो फिर ऐसा कीजिए, मुझे फिर उस दिन परसों 12:30 बजे मैं चेकआउट करूँगा। ठीक है जी सर, अपना ID प्रूफ आईडी प्रूफ वगैरह मैं आपको अभी कर देता हूँ, आप मेरी बुकिंग रख लीजिए, तो फिर मैं जब अपनी फैमिली के साथ आऊँगा मुझे सेकंड मुझे अब फिर रूम आप एक शो करवा दीजिए। थैंक यू। थैंक यू। ये रूम है? ये रूम है सर, इसमें आपको ओके, ठीक है, मुझे रूम पसंद है, आप बुकिंग रख लीजिए।
ਨਮਸਕਾਰ ਪਿਆਰੇ ਵਿਦਿਆਰਥੀਓ, ਮੈਂ ਸਟੀਫਨ ਅਤੇ ਸੁਖਦੀਪ ਸਿੰਘ ਅੱਜ ਦੀ ਇਸ ਇੰਡਸਟਰੀਅਲ ਵਿਜ਼ਿਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦੀ ਇਸ ਇੰਡਸਟਰੀਅਲ ਵਿਜ਼ਿਟ ਦੇ ਵਿੱਚ ਅਸੀਂ ਦੇਖਾਂਗੇ ਕਿਵੇਂ ਹਾਊਸਕੀਪਿੰਗ ਡਿਪਾਰਟਮੈਂਟ ਅਤੇ ਫਰੰਟ ਆਫਿਸ ਡਿਪਾਰਟਮੈਂਟ ਕਿਵੇਂ ਕੰਮ ਕਰਦੇ ਹਨ ਅਤੇ ਕਿਹੜੇ ਬੇਸਿਕ ਐਟੀਕੇਟਸ ਅਤੇ ਮੈਨਰਸ ਹੁੰਦੇ ਹਨ ਜੋ ਅਸੀਂ ਫਰੰਟ ਆਫ ਦਾ ਹਾਊਸ ਦੇ ਵਿੱਚ ਰੱਖ ਕੇ ਕੰਮ ਕਰਦੇ ਹਾਂ, ਜੋ ਸਾਡੇ ਸਾਰੇ ਕੰਮ ਨੂੰ ਅਤੇ ਕਸਟਮਰ ਡੀਲਿੰਗ ਨੂੰ ਬਹੁਤ ਹੀ ਜ਼ਿਆਦਾ ਸਮੂਥ ਬਣਾ ਦਿੰਦੇ ਹਨ। ਆਓ ਅੱਜ ਦੀ ਇਸ ਕਲਾਸ ਦੀ ਸ਼ੁਰੂਆਤ ਅਸੀਂ ਮਿਸਟਰ ਸੁਖਦੀਪ ਸਿੰਘ ਜੀ ਦੇ ਨਾਲ ਮਿਲ ਕੇ ਕਰਦੇ ਹਾਂ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਹੋਟਲ ਇੰਡਸਟਰੀ ਬਾਰੇ ਜਾਂ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਕਿਹੜੇ-ਕਿਹੜੇ ਐਟੀਕੇਟਸ, ਮੈਨਰਸ ਅਤੇ ਹਾਊਸਕੀਪਿੰਗ ਦੇ ਕਿਹੜੇ-ਕਿਹੜੇ ਕੰਮ ਹੁੰਦੇ ਨੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਰਿਸੈਪਸ਼ਨ ਤੇ ਫਰੰਟ ਡੈਸਕ। ਜਦੋਂ ਵੀ ਆਪਾਂ ਕਿਸੇ ਹੋਟਲ ਇੰਡਸਟਰੀ ਦੇ ਵਿੱਚ ਇੰਟਰ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਡੀਲ ਕਰਨਾ ਹੁੰਦਾ ਵਾ ਫਰੰਟ ਆਫਿਸ ਦੇ ਨਾਲ। ਸੋ ਫਰੰਟ ਆਫਿਸ ਦੇ ਉੱਪਰ ਆਪਾਂ ਕਿਹੜੇ-ਕਿਹੜੇ ਐਟੀਕੇਟਸ ਰੱਖਣੇ ਨੇ, ਕਿਹੜੇ-ਕਿਹੜੇ ਮੈਨਰਸ ਰੱਖਣੇ ਨੇ, ਕਿਹੜੇ-ਕਿਹੜੇ ਆਪਾਂ ਗੱਲਬਾਤ ਫਰੰਟ ਆਫਿਸ ਤੇ ਜਾ ਕੇ ਕਰ ਸਕਦੇ ਹਾਂ। ਆਓ ਆਪਾਂ ਕਰਦੇ ਹਾਂ ਸਟਾਰਟ ਉਹਦੇ ਨਾਲ। ਸੋ ਐਟੀਕੇਟਸ ਮਤਲਬ ਸਿਸ਼ਟਾਚਾਰ, ਕਿਹੜੇ-ਕਿਹੜੇ ਸਿਸ਼ਟਾਚਾਰ ਆਪਾਂ ਵਰਤ ਸਕਦੇ ਹਾਂ ਜਦੋਂ ਆਪਾਂ ਰਿਸੈਪਸ਼ਨ ਤੇ ਆਣ ਕੇ ਗੱਲ ਕਰਨੀ ਆ, ਕਿਹੜੇ-ਕਿਹੜੇ ਮੈਨਰਸ ਹੁੰਦੇ ਨੇ। ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤੇ ਸਿਸ਼ਟਾਚਾਰ ਦੀ, ਐਟੀਕੇਟਸ ਦੀ। ਸਿਸ਼ਟਾਚਾਰ ਕਿਵੇਂ ਦਾ ਹੋਣਾ ਚਾਹੀਦਾ, ਐਟੀਕੇਟਸ ਕਿਵੇਂ ਦੇ ਹੋਣੇ ਚਾਹੀਦੇ ਨੇ, ਮੈਨਰਸ ਕਿਵੇਂ ਦੇ ਹੋਣੇ ਚਾਹੀਦੇ ਨੇ। ਜਦੋਂ ਵੀ ਤੁਸੀਂ ਕੋਈ ਵੀ ਆਪਣਾ ਕੰਮ ਕਰਦੇ ਹੋ, ਸਭ ਦੇ ਵਿੱਚ ਹਰ ਇੱਕ ਇੰਡਸਟਰੀ ਦੇ ਵਿੱਚ ਹਰ ਇੱਕ ਐਟੀਕੇਟਸ, ਮੈਨਰਸ ਤੁਹਾਡੇ ਜਿਹੜੇ ਨੇ ਬੜੇ ਇੰਪੋਰਟੈਂਟ ਨੇ। ਸੋ ਜਦੋਂ ਵੀ ਤੁਸੀਂ ਆਪਣਾ ਕੋਈ ਵੀ ਕੰਮ ਕਰਦੇ ਹੋ, ਤੁਹਾਡੇ ਜਿਹੜੇ ਸੀਨੀਅਰਸ ਨੇ, ਮੈਨੇਜਰਸ ਨੇ ਜਾਂ ਸਟਾਫ ਮੈਂਬਰਸ, ਕਲੀਗਸ ਨੇ, ਉਹ ਸਾਰੇ ਜੱਜ ਕਰਦੇ ਨੇ ਤੁਹਾਡੇ ਐਟੀਕੇਟਸ ਨੂੰ, ਮੈਨਰਸ ਨੂੰ, ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ। ਸੋ ਸਿਸ਼ਟਾਚਾਰ ਦੇ ਤਰੀਕੇ ਭਾਵ ਖੜੇ ਹੋਣਾ, ਤੁਸੀਂ ਕਿਹੜੇ ਪੋਸਚਰ ਦੇ ਵਿੱਚ ਖੜੇ ਹੋ ਰਹੇ ਹੋ, ਠੀਕ ਹੈ। ਤੁਰਨ ਦਾ ਤੌਰ ਤਰੀਕਾ ਤੁਹਾਡਾ ਕੀ ਹੈ, ਕੰਮ ਦਾ ਕਰਨ ਦਾ ਬਿਹੇਵ ਕੀ ਹੈ ਜਦੋਂ ਤੁਸੀਂ ਸੋਸ਼ਲ ਜਾਂ ਪ੍ਰੋਫੈਸ਼ਨਲ ਤੌਰ ਤੇ ਕੋਈ ਵੀ ਕੰਮ ਕਰਦੇ ਹੋ, ਠੀਕ ਹੈ। ਤੁਹਾਨੂੰ ਲੋਕੀ ਉਦੋਂ ਹੀ ਜੱਜ ਕਰ ਲੈਂਦੇ ਆ ਜੇ ਤੁਸੀਂ ਇੱਕ ਵਧੀਆ ਐਟੀਕੇਟਸ ਦੇ ਨਾਲ, ਇੱਕ ਵਧੀਆ ਮੈਨਰਸ ਦੇ ਨਾਲ ਆਪਣਾ ਕੰਮ ਕਰਦੇ ਹੋ ਤੇ ਤੁਹਾਡੀ ਇੱਕ ਵੱਖਰੀ ਜਿਹੜੀ ਪਰਸਨ ਦੀ ਪਹਿਚਾਣ ਹੈ ਉਹ ਬਣ ਜਾਂਦੀ ਆ। ਤੁਸੀਂ ਫਿਰ ਉਹ ਆਪਣੇ ਐਟੀਕੇਟਸ ਦੇ ਕਰਕੇ, ਆਪਣੇ ਮੈਨਰਸ ਦੇ ਕਰਕੇ ਇੱਕ ਭੀੜ ਵਿੱਚ ਵੀ ਪਛਾਣੇ ਜਾਂਦੇ ਹੋ। ਸੋ ਗੱਲ ਕਰਦੇ ਹਾਂ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਐਟੀਕੇਟਸ ਦੀ, ਭਾਵ ਸਿਸ਼ਟਾਚਾਰ। ਇਹਦੇ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਖੜੇ ਹੋਣ ਦਾ, ਜੋ ਵੀ ਤੁਹਾਡਾ ਸਟੈਂਡਿੰਗ ਪੋਸਚਰ ਆ ਉਹ ਤੁਹਾਡਾ ਇੱਕ ਪੂਰਾ ਵਧੀਆ ਹੋਣਾ ਚਾਹੀਦਾ ਵਾ ਕਿ ਆਰਾਮ ਨਾਲ ਖੜੇ ਹੋਣਾ ਚਾਹੀਦਾ। ਜਦੋਂ ਵੀ ਤੁਸੀਂ ਕਿਸੇ ਨਾਲ ਡੀਲ ਕਰਨਾ ਵਾ ਜਾਂ ਕਿਸੇ ਨਾਲ ਗੱਲ ਕਰਨੀ, ਕਮਿਊਨੀਕੇਟ ਕਰਨਾ ਵਾ, ਤੁਸੀਂ ਇੱਕ ਵਧੀਆ ਖੜੇ ਹੋਣਾ ਚਾਹੀਦਾ ਵਾ। ਆਪਣੇ ਤੁਹਾਡਾ ਸਰੀਰ ਦਾ ਬੈਲੈਂਸ ਬਣਾ ਕੇ ਦੋਵਾਂ ਪੈਰਾਂ ਦੇ ਉੱਪਰ ਭਾਰ ਪਾ ਕੇ, ਇਹ ਨਹੀਂ ਕਿ ਅਨਬੈਲੈਂਸ ਹੋਵੇ, ਇੱਕ ਪੈਰ ਤੇ ਜ਼ਿਆਦਾ ਥੋੜਾ ਸਾਈਡ ਨੂੰ ਹੋਵੇ, ਇੱਕ ਬੈਲੈਂਸ ਵਧੀਆ ਬਣਾ ਕੇ ਖੜੇ ਹੋਣਾ ਚਾਹੀਦਾ ਵਾ। ਜਿਹੜੇ ਮੋਢੇ ਆ, ਸ਼ੋਲਡਰਸ ਨੇ, ਉਹ ਇੱਕ ਸਿੱਧੇ ਆਰਾਮ ਵਾਈਜ਼ ਵਿੱਚ ਹੋਣੇ ਚਾਹੀਦੇ ਹਨ। ਪੇਟ ਨੂੰ ਅੰਦਰ ਖਿੱਚ ਕੇ, ਜਸਟ ਨੂੰ ਥੋੜਾ ਬਾਹਰ ਰੱਖ ਕੇ ਆਰਾਮ ਦੇ ਨਾਲ ਖੜੇ ਹੋ ਕੇ ਗੱਲ ਕਰਨੀ ਚਾਹੀਦੀ ਆ। ਸੋ ਇਹ ਹੋ ਗਈ ਆਪਣੇ ਖੜੇ ਹੋਣ ਦੀ ਪੋਜੀਸ਼ਨ। ਸੋ ਅੱਗੇ ਗੱਲ ਕਰਦੇ ਹਾਂ ਪੋਸਚਰ ਦੇ ਵਿੱਚ ਹੈਂਡਸ ਦੀ ਪੋਜੀਸ਼ਨ ਦੀ। ਜਿਵੇਂ ਹੈਂਡਸ ਦੀ ਪੋਜੀਸ਼ਨ ਵੀ ਕਿਵੇਂ ਦੀ ਹੋਣੀ ਚਾਹੀਦੀ ਆ, ਹੱਥਾਂ ਨੂੰ ਸਾਈਡ ਤੇ ਜਾਂ ਪਿੱਛੇ ਰੱਖਣਾ ਚਾਹੀਦਾ ਵਾ, ਠੀਕ ਹੈ। ਪਾਕਟ ਦੇ ਵਿੱਚ ਪਾਉਣ ਤੋਂ ਅਵੋਇਡ ਕਰੋ। ਆਪਣੇ ਜਿਹੜੇ ਤੁਹਾਡੇ ਹੈਂਡਸ ਆ ਉਹਨਾਂ ਨੂੰ ਪਾਕਟ ਵਿੱਚ ਪਾ ਕੇ ਸਾਹਮਣੇ ਦੇ ਵਾਲੇ ਨਾਲ ਗੱਲ ਨਾ ਕਰੋ। ਬਾਹਾਂ ਨੂੰ ਕ੍ਰਾਸ ਕਰਕੇ ਆਪਣੀ ਚੈਸਟ ਦੇ ਨਾਲ ਨਾ ਜੋੜੋ। ਆਰਮਸ ਨੂੰ ਸਿੱਧੀਆਂ ਰੱਖੋ। ਕਿਸੇ ਵੀ ਕਾਊਂਟਰ ਤੇ ਹੱਥ ਰੱਖ ਕੇ ਜਾਂ ਕਿਸੇ ਦੇ ਵੀ ਸਹਾਰਾ ਲੈ ਕੇ ਗੱਲਬਾਤ ਨਾ ਕਰੋ। ਇਹ ਕੀ ਸਭ ਇੱਕ ਸਿਸ਼ਟਾਚਾਰ ਦੇ ਐਟੀਕੇਟਸ ਨੇ। ਜੇ ਇਹ ਐਟੀਕੇਟਸ ਨੂੰ ਫੋਲੋ ਕਰਾਂਗੇ ਤਾਂ ਵਧੀਆ ਇੰਪ੍ਰੈਸ਼ਨ ਪਵੇਗਾ ਸਭ ਤੇ। ਗੱਲ ਕਰਦੇ ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਐਟੀਕੇਟਸ ਦੀ, ਸੋ ਇਹਦੇ ਨਾਲ ਆਪਾਂ ਗੱਲ ਕਰਦੇ ਹਾਂ ਮੈਨਰਸ ਦੀ। ਮੈਨਰ ਦੇ ਕਿਵੇਂ ਤੌਰ ਤਰੀਕੇ ਕਿਵੇਂ ਹੋਣੇ ਚਾਹੀਦੇ ਨੇ ਕੰਮ ਵਾਲੀ ਜਗ੍ਹਾ ਤੇ ਆਪਣੇ, ਕਿਵੇਂ ਆਪਾਂ ਨੂੰ ਇੱਕ ਪੂਰਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਜਦੋਂ ਵੀ ਆਪਾਂ ਕਿਸੇ ਦੇ ਨਾਲ ਚੱਲਦੇ ਹਾਂ ਜਾਂ ਬੈਠਦੇ ਹਾਂ ਜਾਂ ਗੱਲਬਾਤ ਕਰਦੇ ਹਾਂ। ਪੂਰਾ ਇੱਕ ਹਰ ਇੱਕ ਚੀਜ਼ ਵਿੱਚ ਇੱਕ ਗੱਲਬਾਤ ਕਰਨ ਦਾ ਵੀ ਬੈਲੈਂਸ ਬਣਾ ਕੇ ਰੱਖਣਾ ਜ਼ਰੂਰੀ ਆ। ਜਦੋਂ ਵੀ ਗੈਸਟ ਨਹੀਂ ਹੁੰਦੇ, ਸਾਨੂੰ ਕਦੇ ਵੀ ਆਪਣੇ ਕਲੀਗਸ ਦੇ ਨਾਲ ਜਾਂ ਫਰੈਂਡਸ ਨਾਲ ਟੋਲੀਆਂ ਦੇ ਵਿੱਚ ਇਕੱਠੇ ਨਹੀਂ ਬੈਠਣਾ ਚਾਹੀਦਾ। ਉਹ ਇੱਕ ਕੀ ਹੈ, ਮੈਨਰਸ ਨੂੰ ਨੈਗੇਟਿਵ ਪੁਆਇੰਟ ਦਿੰਦਾ ਵਾ ਮੈਨਰਸ ਦਾ। ਸੋ ਆਪਾਂ ਨੂੰ ਇੱਕ ਬਰਾਬਰ ਚਾਲ ਵਿੱਚ ਚੱਲਣਾ ਚਾਹੀਦਾ। ਜਦੋਂ ਆਪਾਂ ਗੈਸਟ ਦੇ ਨਾਲ ਜਾਂਦੇ ਆ ਜਾਂ ਕਲੀਗਸ ਦੇ ਨਾਲ ਜਾਂਦੇ ਆ, ਆਪਾਂ ਨੂੰ ਇੱਕ ਬਰਾਬਰ ਚਾਲ ਦੇ ਵਿੱਚ ਚੱਲਣਾ ਚਾਹੀਦਾ ਵਾ। ਨਾ ਕਦੀ ਤੇਜ਼ ਹੋਣਾ ਚਾਹੀਦਾ, ਨਾ ਕਦੀ ਸਲੋ ਹੋਣਾ ਚਾਹੀਦਾ ਵਾ। ਸੋ ਇਹ ਵੀ ਇੱਕ ਜਿਹੜਾ ਕੀ ਆ ਵਧੀਆ ਪੋਜ਼ਿਟਿਵ ਮੈਨਰਸ ਨੂੰ ਸ਼ੋ ਕਰਦਾ ਵਾ। ਸੋ ਸੌਫਟ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ ਹਰ ਇੱਕ ਨਾਲ, ਭਾਵੇਂ ਉਹ ਆਪਣਾ ਸੀਨੀਅਰ ਆ ਭਾਵੇਂ ਜਾਂ ਜੂਨੀਅਰ ਆ, ਹਰ ਇੱਕ ਸੌਫਟ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ। ਅਤੇ
ਹਰ ਇੱਕ ਆਰਗੇਨਾਈਜੇਸ਼ਨ ਦੇ ਜਾਂ ਹਰ ਇੱਕ ਇੰਡਸਟਰੀ ਦੇ ਆਪੋ ਆਪਣੇ ਰੂਲ ਰੈਗੂਲੇਸ਼ਨਸ ਹੁੰਦੇ ਨੇ। ਉਹਨਾਂ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਹੀ ਕਰਕੇ ਅਸੀਂ ਜਿਹੜਾ ਆਪਣਾ ਕੰਮ ਹੈ ਪੂਰਾ ਕੌਨਫੀਡੈਂਸ ਨਾਲ ਤੇ ਵਧੀਆ ਐਕੂਰੇਸੀ ਦੇ ਨਾਲ ਕਰ ਸਕਦੇ ਹਾਂ। ਸੋ ਹਰ ਇੱਕ ਆਰਗੇਨਾਈਜੇਸ਼ਨ ਦੇ ਜਾਂ ਹਰ ਇੱਕ ਇੰਡਸਟਰੀ ਦੇ ਆਪੋ ਆਪਣੇ ਰੂਲ ਰੈਗੂਲੇਸ਼ਨਸ ਹੁੰਦੇ ਆ। ਸੋ ਸਾਨੂੰ ਉਹ ਰੂਲ ਰੈਗੂਲੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਹੀ ਆਪਣੇ ਮੈਨਰਸ ਨੂੰ ਰੱਖਦੇ ਹੋਏ ਨਾਲ ਪੂਰਾ ਕੰਮ ਕਰਨਾ ਚਾਹੀਦਾ ਵਾ, ਤਾਂ ਹੀ ਅਸੀਂ ਕੰਫਰਟੇਬਲ ਹੋ ਕੇ ਤੇ ਕੌਨਫੀਡੈਂਸ਼ੀਅਲ ਵੇ ਨਾਲ ਕੰਮ ਕਰ ਸਕਦੇ ਹਾਂ। ਜੇ ਅਸੀਂ ਕੌਨਫੀਡੈਂਸ਼ੀਅਲ ਵੇ ਨਾਲ ਕੰਮ ਕਰਾਂਗੇ ਸਾਡੇ ਕੰਮ ਦੀ ਜਿਹੜੀ ਐਕੂਰੇਸੀ ਔਰ ਰਿਜ਼ਲਟ ਵਧੀਆ ਨਿਕਲਣਗੇ। हेलो सर, गुड आफ्टरनून। हाँ जी, मेरे को ना एक रूम पता करना था। किस टाइप का रूम चाहिए आपको? रूम मेरे साथ मेरी फैमिली है और 2 छोटे बच्चे हैं, तो मुझे रूम बताइए कौन सा आपके सर हमारे पास 3 कैटेगरी रूम्स हैं, डिलैक्स रूम, सुपर डिलैक्स रूम, फैमिली रूम। अच्छा, फैमिली रूम में कितने मेंबर स्टे कर सकते हैं? सर 4 मेंबर। और प्राइस क्या है इसका? सर ये आपको विद ब्रेकफास्ट चाहिए, विदाउट ब्रेकफास्ट? विदाउट ब्रेकफास्ट नहीं, ठीक है बच्चे फिर विद ब्रेकफास्ट ठीक है। विद ब्रेकफास्ट सर आपको पड़ जाएगा 2200 विद ब्रेकफास्ट। अच्छा, विद ऑल टैक्सेस साथ में ही है सर? जी जी। ठीक ठीक। अच्छा, मेरे को यहाँ पे आसपास देखने के लिए, मैं सर फर्स्ट टाइम आया हूँ, तो आसपास देखने के लिए कुछ और? सर आप अपने गाड़ी से जाना चाहोगे या अपनी गाड़ी से? नहीं, मैं आपके पास ही अगर टैक्सी अवेलेबल है तो बता दीजिए। सर हमारा पैकेज है जैसे 6000। ओके, तो मेरे को फुल डे के लिए मिल जाएगा? फुल डे के लिए आपको पूरा सिस्टम दिखाया गया सर आपको। जहाँ भी घूमना चाहोगे अपने घर में जितनी होटल स्टे हिस्ट्रियाँ होंगी उसमें दिखाई गई, वो सारा कुछ आपको दिखा दिया। ठीक है, ओके। तो मुझे ब्रेकफास्ट और इसमें ब्रेकफास्ट तो मेरे उसमें इंक्लूड है, और आपके पास किचन भी है? जी हाँ जी सर, अपने पास किचन अवेलेबल है, आपको खाना मिल जाएगा। और क्या क्या है देखने के लिए यहाँ? सर बागा बॉर्डर और गोल्डन टेम्पल और जलियांवाला बाग और लोकल मार्केटिंग, जैसे आपको कोई भी शॉपिंग करनी जी, जी, जी। हो होलसेल में आपको सामान मिलेगा बहुत। हाँ जी, बताइए फिर आपके रूम में आपको कुछ फैसिलिटीज है? सर हमारे रूम में आपको वाईफाई मिल जाएगा, टीवी, एसी और आपको गर्म पानी, ठंडा पानी सब अवेलेबल है। ओके, 24 आवर्स सर्विस है ना? जी 24 आवर सर्विस है हमारे पास। ठीक है। और आपको तो सर फिर मुझे ना परसों मैंने दोपहर को 2 बजे मेरी ट्रेन है, तो आपका चेकआउट टाइम भी बता दीजिए मुझे। सर चेकआउट टाइम आपका 12 बजे है। आप अगर कोई आपकी ट्रेन लेट भी है सर्विस में तो आपको कोई भी 12:30 तक हम करवा सकते हैं। ठीक है, ठीक है, ठीक है। और रूम सर्विस है ना? जी बिल्कुल सर, हमारे रूम्स में होम थिएटर रूम से आप कुछ भी मंगवा सकते हैं। ठीक है, मैं 9 नंबर डायल करके यहाँ पे आपसे, अच्छा यहाँ पे 24 आवर्स सर्विस है। ठीक है, चलो फिर ऐसा कीजिए, मुझे फिर उस दिन परसों 12:30 बजे मैं चेकआउट करूँ। ठीक है जी। फिर सर अपना आईडी प्रूफ आईडी प्रूफ वगैरह मैं आपको अभी कर देता हूँ, आप मेरी बुकिंग रख लीजिए, तो फिर मैं जब अपनी फैमिली के साथ आऊँगा मुझे सेकंड मुझे अब फिर रूम आप एक शो करवा दीजिए। थैंक यू। थैंक यू। ये रूम है? ये रूम इसमें आपको ओके, ठीक है, मुझे रूम पसंद है, आप बुकिंग कर लीजिए।